ਹੈਲੋ ਸਟੂਡੈਂਟ, ਵੈਲਕਮ ਇਨ ਦਾ ਇਕਨੋਮਿਕਸ ਕਲਾਸ। ਸਟੂਡੈਂਟ, ਅੱਜ ਦੀ ਇਕਨੋਮਿਕਸ ਦੀ ਕਲਾਸ ਦੇ ਵਿੱਚ ਜਿਹੜਾ ਅਸੀਂ ਟੌਪਿਕ ਕਰਨ ਜਾ ਰਹੇ ਹਾਂ ਉਹ ਐਗਰੀਗੇਟ ਨੂੰ ਐਗਰੀਗੇਟ ਦੇ ਵਿੱਚ ਬਦਲਣਾ। ਇਹ ਜਿਹੜਾ ਟੌਪਿਕ ਹੈ +2 ਕਲਾਸ ਦੇ ਲੈਸਨ ਨੰਬਰ 5 ਵਿੱਚੋਂ ਲਿਆ ਗਿਆ ਹੈ। ਕਿਸੇ ਵੀ ਐਗਰੀਗੇਟ ਨੂੰ ਦੂਸਰੇ ਐਗਰੀਗੇਟ ਵਿੱਚ ਬਦਲਣ ਤੋਂ ਪਹਿਲਾਂ ਸਾਨੂੰ ਕੁਝ ਕੁ ਫਾਰਮੂਲੇਸ ਜਿਹੜੇ ਆ ਉਹ ਯਾਦ ਰੱਖਣੇ ਪੈਣਗੇ। ਸਭ ਤੋਂ ਪਹਿਲਾਂ ਉਹਨਾਂ ਫਾਰਮੂਲੇ ਨੂੰ ਆਪਾਂ ਸਮਝਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਸਾਡਾ ਫਾਰਮੂਲਾ ਹੈ ਉਹਦੇ ਵਿੱਚ ਕੀ ਅਸੀਂ ਕੁੱਲ ਕੰਸੈਪਟ ਲੈਂਦੇ ਹਾਂ, ਜਿਸ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਗ੍ਰੋਸ ਆਖਦੇ ਹਾਂ। ਜਦੋਂ ਵੀ ਅਸੀਂ ਕੁੱਲ ਜਾਂ ਗ੍ਰੋਸ ਪਤਾ ਕਰਨਾ ਹੁੰਦਾ ਹੈ ਦੈਨ ਕੀ ਆ ਸਾਨੂੰ ਸ਼ੁੱਧ ਜਾਂ ਨੈਟ ਦਿੱਤਾ ਹੋ ਸਕਦਾ ਤਾਂ ਉਹਦੇ ਵਿੱਚ ਅਸੀਂ ਕਰਨਾ ਹੈ ਘਿਸਾਵਟ, ਜਿਸ ਨੂੰ ਅਸੀਂ ਡੈਪਰੀਸੀਏਸ਼ਨ ਇੰਗਲਿਸ਼ ਵਿੱਚ ਆਖਦੇ ਹਾਂ। ਇਸ ਦਾ ਦੂਸਰਾ ਨਾਮ ਹੈ ਸਥਾਈ ਪੂੰਜੀ ਦਾ ਭੋਗ। ਇਹ ਕੀ ਅਸੀਂ ਪਲੱਸ ਕਰਾਂਗੇ ਜਦੋਂ ਵੀ ਅਸੀਂ ਗ੍ਰੋਸ ਜਾਂ ਕੁੱਲ ਪਤਾ ਕਰਨਾ ਹੈ। ਇਸ ਫਾਰਮੂਲੇ ਨੂੰ ਅਸੀਂ ਸ਼ਾਰਟ ਫਾਰਮ ਦੇ ਵਿੱਚ ਯਾਦ ਰੱਖਣ ਲਈ ਕੀ ਕਰ ਸਕਦੇ ਹਾਂ, ਇਸ ਦਾ ਜਿਹੜਾ ਜੀ ਹੈ ਉਹ ਇੱਥੇ ਲਿਖ ਸਕਦੇ ਹਾਂ ਜਿਕਲ ਟੂ ਤੋਂ ਪਹਿਲਾਂ। ਨੈਟ ਜਾਂ ਸ਼ੁੱਧ ਦਾ ਜਿਹੜਾ ਐਨ ਹੈ ਉਹ ਅਸੀਂ ਜਿਕਲ ਟੂ ਤੋਂ ਬਾਅਦ ਲਿਖਾਂਗੇ। ਡੀ ਜਿਸ ਨੂੰ ਡੈਪਰੀਸੀਏਸ਼ਨ ਘਿਸਾਵਟ ਕਹਿੰਦੇ ਆ ਉਹ ਅਸੀਂ ਬਾਅਦ 'ਚ ਪਲੱਸ ਕਰਾਂਗੇ। ਭਾਵ ਕਿ ਇਸ ਫਾਰਮੂਲੇ ਨੂੰ ਅਸੀਂ ਸ਼ਾਰਟ ਫਾਰਮ ਦੇ ਵਿੱਚ ਕਿੱਦਾਂ ਲਿਖ ਸਕਦੇ ਹਾਂ, ਜੀ ਇਕੁਅਲ ਟੂ ਐਨ ਪਲੱਸ ਡੀ। ਸੈਕਿੰਡ ਜਿਹੜਾ ਸਾਡਾ ਫਾਰਮੂਲਾ ਹੈ ਉਹ ਕੀ ਆ, ਕੁੱਲ ਦੀ ਜਗ੍ਹਾ ਹੁਣ ਅਸੀਂ ਇੱਥੇ ਸ਼ੁੱਧ ਲਿਖ ਰਹੇ ਹਾਂ। ਸ਼ੁੱਧ ਨੂੰ ਅਸੀਂ ਇੰਗਲਿਸ਼ ਦੇ ਵਿੱਚ ਨੈਟ ਆਖਦੇ ਹਾਂ। ਅਤੇ ਜਦੋਂ ਵੀ ਅਸੀਂ ਨੈਟ ਜਾਂ ਸ਼ੁੱਧ ਪਤਾ ਕਰਨਾ ਹੈ ਦੈਨ ਕੀ ਹੈ ਸਾਨੂੰ ਕੁੱਲ ਜਾਂ ਗ੍ਰੋਸ ਦਿੱਤਾ ਹੋਣਾ ਆ, ਉਹਨੂੰ ਅਸੀਂ ਜਿਕਲ ਟੂ ਤੋਂ ਬਾਅਦ ਲਿਖਾਂਗੇ। ਉਹਦੇ ਵਿੱਚ ਹੁਣ ਅਸੀਂ ਕੀ ਹੈ ਮਾਈਨਸ ਕਰਾਂਗੇ ਘਿਸਾਵਟ ਜਾਂ ਜਿਸ ਨੂੰ ਅਸੀਂ ਇੰਗਲਿਸ਼ ਡੈਪਰੀਸੀਏਸ਼ਨ ਆਖਦੇ ਹਾਂ। ਇਸ ਦੀ ਜਗ੍ਹਾ ਸਥਾਈ ਪੂੰਜੀ ਦਾ ਭੋਗ ਵੀ ਦਿੱਤਾ ਹੋ ਸਕਦਾ ਹੈ। ਇਹ ਦੋਨੋਂ ਫਾਰਮੂਲੇ ਕੀ ਹੈ ਇੱਕ ਦੂਸਰੇ ਤੋਂ ਉਲਟ ਹਨ। ਭਾਵ ਕਿ ਜਦੋਂ ਅਸੀਂ ਸ਼ੁੱਧ ਜਾਂ ਨੈਟ ਪਤਾ ਕਰਨਾ ਹੈ ਦੈਨ ਕੀ ਅਸੀਂ ਕੁੱਲ ਜਾਂ ਗ੍ਰੋਸ ਦੇ ਵਿੱਚੋਂ ਮਾਈਨਸ ਕਰਾਂਗੇ ਘਿਸਾਵਟ ਜਾਂ ਸਥਾਈ ਪੂੰਜੀ ਦਾ ਭੋਗ। ਜਦੋਂ ਅਸੀਂ ਕੁੱਲ ਪਤਾ ਕਰਨਾ ਹੈ ਦੈਨ ਕੀ ਹੈ ਨੈਟ ਜਾਂ ਸ਼ੁੱਧ ਦੇ ਵਿੱਚ ਪਲੱਸ ਕਰਾਂਗੇ ਘਿਸਾਵਟ ਜਾਂ ਡੈਪਰੀਸੀਏਸ਼ਨ। ਇਸ ਫਾਰਮੂਲੇ ਨੂੰ ਜਦੋਂ ਅਸੀਂ ਸ਼ਾਰਟ ਫਾਰਮ 'ਚ ਲਿਖਦੇ ਹਾਂ ਦੈਨ ਕੀ ਹੈ ਐਨ ਦਾ ਅਸੀਂ ਕੀ ਹੈ ਨੈਟ ਸ਼ੁੱਧ ਲਵਾਂਗੇ। ਜੀ ਜਾਂ ਕੁੱਲ ਨੂੰ ਅਸੀਂ ਛੋਟੇ ਫਾਰਮ ਦੇ ਵਿੱਚ ਜੀ ਲਿਖਾਂਗੇ। ਮਾਈਨਸ ਕੀ ਕਰਾਂਗੇ ਹੁਣ ਇੱਥੇ ਘਿਸਾਵਟ, ਭਾਵ ਜਿਸ ਨੂੰ ਆਪਾਂ ਡੈਪਰੀਸੀਏਸ਼ਨ ਆਖਦੇ ਹਾਂ। ਇਹ ਫਾਰਮੂਲਾ ਵੀ ਅਸੀਂ ਯਾਦ ਰੱਖਾਂਗੇ ਜਦੋਂ ਵੀ ਅਸੀਂ ਐਗਰੀਗੇਟ ਨੂੰ ਐਗਰੀਗੇਟ ਵਿੱਚ ਬਦਲਾਂਗੇ। ਅਤੇ ਦੂਸਰਾ ਜਿਹੜਾ ਸਾਡਾ ਫਾਰਮੂਲਾ ਹੈ ਉਹਦੇ ਵਿੱਚ ਕੀ ਅਸੀਂ ਜਦੋਂ ਵੀ ਰਾਸ਼ਟਰੀ ਜਾਂ ਨੈਸ਼ਨਲ ਪਤਾ ਕਰਨਾ ਹੋਵੇ ਦੈਨ ਕੀ ਹੋਣਾ ਸਾਨੂੰ ਘਰੇਲੂ ਜਾਂ ਡੋਮੈਸਟਿਕ ਦਿੱਤਾ ਹੋ ਸਕਦਾ ਹੈ ਤਾਂ ਉਹਦੇ ਵਿੱਚ ਅਸੀਂ ਪਲੱਸ ਕੀ ਕਰਾਂਗੇ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ, ਜਿਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਆਖਦੇ ਹਾਂ। ਇਸ ਫਾਰਮੂਲੇ ਨੂੰ ਅਸੀਂ ਸ਼ਾਰਟ ਫਾਰਮ ਦੇ ਵਿੱਚ ਯਾਦ ਰੱਖਣ ਲਈ ਕਰਦੇ ਹਾਂ। ਐਨ ਅਸੀਂ ਲਵਾਂਗੇ ਨੈਸ਼ਨਲ ਦਾ ਅਤੇ ਬਰਾਬਰ ਤੋਂ ਬਾਅਦ ਅਸੀਂ ਡੀ ਭਾਵ ਡੋਮੈਸਟਿਕ ਅਤੇ ਪਲੱਸ ਕਰਾਂਗੇ NFY ਨੂੰ ਅਸੀਂ ਸ਼ਾਰਟ ਫਾਰਮ ਕਿੱਥੋਂ ਬਣਾਇਆ ਹੈ, ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ ਨੂੰ। ਸੋ ਅਸੀਂ ਇਸ ਲੰਬੇ ਫਾਰਮੂਲੇ ਨੂੰ ਸ਼ਾਰਟ ਦੇ ਵਿੱਚ ਯਾਦ ਰੱਖਣ ਲਈ ਇਸ ਇਕੁਏਸ਼ਨ ਨੂੰ ਯਾਦ ਰੱਖਣਾ ਹੈ। ਇਸ ਫਾਰਮੂਲੇ ਤੋਂ ਦੂਸਰਾ ਫਾਰਮੂਲਾ ਜਿਹੜਾ ਉਲਟ ਬਣਦਾ ਹੈ, ਘਰੇਲੂ ਜਦੋਂ ਅਸੀਂ ਪਤਾ ਕਰਨਾ ਹੈ, ਡੋਮੈਸਟਿਕ ਪਤਾ ਕਰਨਾ ਹੈ, ਉਹ ਸਾਲ ਦੇ ਵਿੱਚ ਸਾਨੂੰ ਰਾਸ਼ਟਰੀ ਜਾਂ ਨੈਸ਼ਨਲ ਦਿੱਤਾ ਹੋ ਸਕਦਾ ਹੈ। ਉਹਦੇ ਵਿੱਚੋਂ ਅਸੀਂ ਕੀ ਕਰਨਾ ਹੈ ਮਾਈਨਸ ਕਰਾਂਗੇ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ ਨੂੰ, ਜਿਸ ਨੂੰ ਅਸੀਂ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਵੀ ਆਖਦੇ ਹਾਂ। ਇਹ ਫਾਰਮੂਲਾ ਕੀ ਹੈ ਫਸਟ ਫਾਰਮੂਲੇ ਤੋਂ ਉਲਟ ਹੈ। ਅਤੇ ਇਸ ਫਾਰਮੂਲੇ ਨੂੰ ਅਸੀਂ ਸ਼ਾਰਟ ਫਾਰਮ 'ਚ ਜਦੋਂ ਲਿਖਣਾ ਹੈ ਡੀ ਭਾਵ ਡੋਮੈਸਟਿਕ ਘਰੇਲੂ ਅਸੀਂ ਪਤਾ ਕਰਨਾ ਹੋਵੇਗਾ ਅਤੇ ਬਰਾਬਰ ਤੋਂ ਬਾਅਦ ਅਸੀਂ ਨੈਟ ਜਿਸ ਨੂੰ ਆਪਾਂ ਨੈਸ਼ਨਲ ਆਖਦੇ ਹਾਂ ਐਨ ਅਸੀਂ ਉਹ ਵਾਲੀ ਵੈਲਿਊ ਲਈ ਹੈ। ਉਸ ਤੋਂ ਬਾਅਦ ਮਾਈਨਸ ਕੀ ਕਰਾਂਗੇ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਭਾਵ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ। ਹੁਣ ਇਹ ਦੋਨੋਂ ਫਾਰਮੂਲੇ ਕੀ ਇੱਕ ਦੂਸਰੇ ਤੋਂ ਉਲਟ ਹਨ। ਇਹ ਫਾਰਮੂਲਾ ਵੀ ਅਸੀਂ ਯਾਦ ਰੱਖਣਾ, ਇਸ ਇਕੁਏਸ਼ਨ ਨੂੰ ਵੀ ਅਸੀਂ ਯਾਦ ਰੱਖਣਾ ਜਦੋਂ ਵੀ ਅਸੀਂ ਸਮ ਕਰਨਾ ਹੈ। ਤੀਸਰਾ ਜਿਹੜਾ ਸਾਡਾ ਫਾਰਮੂਲਾ ਬਣਦਾ ਉਹਦੇ ਵਿੱਚ ਕੀ ਅਸੀਂ ਬਾਜ਼ਾਰ ਕੀਮਤ ਪਤਾ ਕਰਨਾ ਹੋਵੇ, ਜਿਸ ਨੂੰ ਅਸੀਂ ਮਾਰਕੀਟ ਪ੍ਰਾਈਸ ਆਖਦੇ ਹਾਂ, ਉਹਨੂੰ ਬਰਾਬਰ ਤੋਂ ਬਾਅਦ ਅਸੀਂ ਉੱਥੇ ਕੀ ਰੱਖਾਂਗੇ ਸਾਧਨ ਆਮਦਨ ਸਾਨੂੰ ਦਿੱਤੀ ਹੋਣੀ ਆ, ਜਿਸ ਨੂੰ ਆਪਾਂ ਫੈਕਟਰ ਕੋਸਟ ਆਖਦੇ ਹਾਂ। ਉਹਦੇ ਵਿੱਚ ਅਸੀਂ ਕੀ ਹੈ ਪਲੱਸ ਕਰਾਂਗੇ ਸ਼ੁੱਧ ਆਪਰਤਾ ਕਰ, ਜਿਸ ਨੂੰ ਅਸੀਂ ਨੈਟ ਇੰਡਾਇਰੈਕਟ ਟੈਕਸ ਵੀ ਆਖਦੇ ਹਾਂ। ਸੋ ਇਸ ਫਾਰਮੂਲੇ ਨੂੰ ਅਸੀਂ ਸ਼ਾਰਟ 'ਚ ਲਿਖਦੇ ਹਾਂ। ਮਾਰਕੀਟ ਪ੍ਰਾਈਸ ਦਾ ਅਸੀਂ MP ਲੈ ਲਿਆ ਹੈ, ਸਾਧਨ ਲਾਗਤ ਦਾ ਅਸੀਂ FC ਲਿਆ ਹੈ ਅਤੇ ਪਲੱਸ ਕੀ ਕਰ ਰਹੇ ਹਾਂ ਇਹਦੇ ਵਿੱਚ ਨੈਟ ਇੰਡਾਇਰੈਕਟ ਟੈਕਸ, ਜਿਸ ਨੂੰ ਅਸੀਂ ਸ਼ੁੱਧ ਆਪਰਤਾ ਕਰ ਆਖਦੇ ਹਾਂ। ਇਸ ਫਾਰਮੂਲੇ ਤੋਂ ਉਲਟ ਫਾਰਮੂਲਾ ਕੀ ਬਣੇਗਾ, ਸਾਧਨ ਲਾਗਤ ਜਦੋਂ ਅਸੀਂ ਪਤਾ ਕਰਨਾ ਹੈ ਜਿਸ ਨੂੰ ਅਸੀਂ ਫੈਕਟਰ ਕੋਸਟ ਆਖਦੇ ਹਾਂ, ਉਸ ਤੋਂ ਪਤਾ ਕਰਨ ਦੇ ਲਈ ਸਾਨੂੰ ਕੀ ਹੈ ਬਾਜ਼ਾਰ ਕੀਮਤ ਦਿੱਤੀ ਹੋਵੇਗੀ, ਜਿਸ ਨੂੰ ਅਸੀਂ ਮਾਰਕੀਟ ਪ੍ਰਾਈਸ ਕਹਾਂਗੇ। ਮਾਈਨਸ ਇੱਥੇ ਅਸੀਂ ਕਰਾਂਗੇ ਸ਼ੁੱਧ ਆਪਰਤਾ ਕਰ ਨੂੰ। ਸ਼ੁੱਧ ਆਪਰਤਾ ਕਰ ਪਹਿਲੇ ਫਾਰਮੂਲੇ 'ਚ ਅਸੀਂ ਪਲੱਸ ਕੀਤੇ ਸੀ ਜਦੋਂ ਅਸੀਂ ਬਾਜ਼ਾਰ ਕੀਮਤ ਪਤਾ ਕਰ ਰਹੇ ਸੀ। ਜਦੋਂ ਅਸੀਂ ਸਾਧਨ ਲਾਗਤ ਭਾਵ FC ਪਤਾ ਕਰਨਾ, ਫੈਕਟਰ ਕੋਸਟ ਪਤਾ ਕਰਨਾ, ਉਦੋਂ ਅਸੀਂ ਕੀ ਹੈ ਮਾਈਨਸ ਕਰਾਂਗੇ ਬਾਜ਼ਾਰ ਕੀਮਤ ਦੇ ਵਿੱਚੋਂ ਸ਼ੁੱਧ ਆਪਰਤਾ ਕਰ ਨੂੰ। ਇਸ ਫਾਰਮੂਲੇ ਨੂੰ ਅਸੀਂ ਸ਼ਾਰਟ 'ਚ ਜਦੋਂ ਲਿਖਦੇ ਹਾਂ FC ਅਸੀਂ ਪਤਾ ਕਰਨਾ ਹੈ ਅਤੇ MP ਸਾਨੂੰ ਦਿੱਤਾ ਹੋਵੇਗਾ। ਮਾਈਨਸ ਕੀ ਕਰਾਂਗੇ ਅਸੀਂ ਨੈਟ ਇੰਡਾਇਰੈਕਟ ਟੈਕਸ। ਕਿਸੇ ਵੀ ਹਾਲਤ ਵਿੱਚ ਕਈ ਵਾਰ ਸਮ ਦੇ ਵਿੱਚ ਕੀ ਸਾਨੂੰ ਸ਼ੁੱਧ ਆਪਰਤਾ ਕਰ ਨਹੀਂ ਦਿੱਤੇ ਹੁੰਦੇ, ਉਸ ਹਾਲਤ 'ਚ ਕੀ ਹੁੰਦਾ ਸਾਨੂੰ ਆਪਰਤਾ ਕਰ ਦਿੱਤੇ ਹੋ ਸਕਦੇ, ਆਰਥਿਕ ਸਹਾਇਤਾ ਦਿੱਤੀ ਹੋ ਸਕਦੀ। ਦੈਨ ਅਸੀਂ ਕੀ ਹੈ ਸ਼ੁੱਧ ਆਪਰਤਾ ਕਰ ਅਲੱਗ ਤੌਰ 'ਤੇ ਕੱਢ ਕੇ ਫਾਰਮੂਲੇ 'ਚ ਪੁੱਟ ਕਰ ਸਕਦੇ ਹਾਂ। ਆਪਰਤਾ ਕਰ ਦੇ ਵਿੱਚੋਂ ਜਦੋਂ ਅਸੀਂ ਆਰਥਿਕ ਸਹਾਇਤਾ ਮਾਈਨਸ ਕਰ ਲੈਂਦੇ ਹਾਂ ਦੈਨ ਸਾਡੇ ਕੋਲ ਕੀ ਹੈ ਵੈਲਿਊ ਜਿਹੜੀ ਆਉਂਦੀ ਉਹਨੂੰ ਸ਼ੁੱਧ ਆਪਰਤਾ ਕਰ ਰੱਖਦੇ ਹਾਂ। ਉਹ ਸ਼ੁੱਧ ਆਪਰਤਾ ਕਰ ਨੂੰ ਅਸੀਂ
इस वैल्यू ਦੇ ਵਿੱਚ ਇਸ ਫਾਰਮੂਲੇ ਦੇ ਵਿੱਚ ਫਿਲ ਕਰ ਸਕਦੇ। ਸੋ ਇਹ ਸਾਰੇ ਦੇ ਸਾਰੇ ਫਾਰਮੂਲੇ ਤੁਸੀਂ ਕੀ ਕਾਪੀ ਦੇ ਉੱਪਰ ਨੋਟ ਕਰ ਲੈਣੇ ਹਨ। ਪਹਿਲਾਂ ਤੁਸੀਂ ਸਾਰੇ ਇਸ ਤਰੀਕੇ ਨਾਲ ਫਾਰਮੂਲੇ ਨੂੰ ਐਕਸਪੈਂਡ ਕਰਕੇ ਖੋਲ ਕੇ ਚੰਗੇ ਤਰੀਕੇ ਨਾਲ ਯਾਦ ਰੱਖਣਾ ਹੈ। ਉਸ ਨੂੰ ਅਸੀਂ ਸ਼ਾਰਟ ਫਾਰਮ 'ਚ ਜਦੋਂ ਯਾਦ ਕਰਨਾ ਫਾਰਮੂਲੇ ਨੂੰ ਸਵਾਲ ਦੇ ਲਈ, ਦੈਨ ਅਸੀਂ ਕੀ ਆ ਇਸ ਇਕੁਏਸ਼ਨ ਨੂੰ ਸਵਾਲ ਕਰਨ ਦੇ ਸਮੇਂ ਕੋਲ ਲਿਖ ਸਕਦੇ ਹਾਂ ਕਾਪੀ ਦੇ ਉੱਪਰ। ਸਮ ਕਰਨ ਦੇ ਸਮੇਂ ਇਸ ਇਕੁਏਸ਼ਨ ਤੋਂ ਹੀ ਅਸੀਂ ਨੂਮੈਰੀਕਲ ਨੂੰ ਹੱਲ ਕਰਾਂਗੇ, ਇੱਕ ਐਗਰੀਗੇਟ ਤੋਂ ਦੂਸਰੇ ਐਗਰੀਗੇਟ ਦੇ ਵਿੱਚ ਬਦਲਾਂਗੇ। ਸੋ ਆਪਾਂ ਇੱਕ ਸਮ ਦੀ ਐਗਜ਼ਾਮਪਲ ਦੇ ਨਾਲ ਇਸ ਫਾਰਮੂਲੇ ਨੂੰ ਅਪਲਾਈ ਕਰਕੇ ਦੇਖਾਂਗੇ। ਹੁਣ ਅਸੀਂ ਇੱਕ ਨੂਮੈਰੀਕਲ ਨੂੰ ਹੱਲ ਕਰਕੇ ਦੇਖਾਂਗੇ। ਜਿਹੜੇ ਵੀ ਅਸੀਂ ਫਾਰਮੂਲੇ ਦੀ ਦੁਹਰਾਈ ਕੀਤੀ ਹੈ ਉਸ ਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ। ਫਾਰਮੂਲੇ ਨੂੰ ਅਸੀਂ ਸ਼ਾਰਟ ਫਾਰਮ ਦੇ ਵਿੱਚ ਲਿਖਿਆ ਹੋਇਆ, ਇਸ ਸ਼ਾਰਟ ਫਾਰਮ ਨੂੰ ਕੀ ਅਸੀਂ ਫਾਰਮੂਲੇ ਨੂੰ ਨੂਮੈਰੀਕਲ ਦੇ ਵਿੱਚ ਅਪਲਾਈ ਕਰਾਂਗੇ। ਸਭ ਤੋਂ ਪਹਿਲਾਂ ਕੀ ਅਸੀਂ ਸਟੇਟਮੈਂਟ ਦੇਖਦੇ ਹਾਂ। ਸਟੇਟਮੈਂਟ ਦੇ ਵਿੱਚ ਕੀ ਆ, ਸਾਧਨ ਲਾਗਤ ਤੇ ਸਾਨੂੰ ਕੁੱਲ ਘਰੇਲੂ ਉਤਪਾਦ ਪਤਾ ਕਰਨ ਲਈ ਦਿੱਤਾ ਗਿਆ ਹੈ। ਅਸੀਂ ਕੀ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸਾਧਨ ਲਾਗਤ ਤੇ ਕੁੱਲ ਘਰੇਲੂ ਉਤਪਾਦ। ਕੁੱਲ ਅਸੀਂ ਕੀ ਆ, ਕੁੱਲ ਨੂੰ ਅਸੀਂ ਗ੍ਰੋਸ ਆਖਦੇ ਹਾਂ। ਗ੍ਰੋਸ ਨੂੰ ਸ਼ਾਰਟ ਫਾਰਮ ਦੇ ਵਿੱਚ ਕੀ ਆਖਦੇ ਹਾਂ, ਜੀ। ਸੋ ਅਸੀਂ ਪਹਿਲਾਂ ਕੀ ਐਗਰੀਗੇਟ ਨੂੰ ਸ਼ਾਰਟ ਫਾਰਮ 'ਚ ਲਿਖਾਂਗੇ। ਫਿਰ ਉਸ ਤੋਂ ਬਾਅਦ ਕੀ ਆ, ਘਰੇਲੂ ਲੱਗਾ ਹੋਇਆ, ਘਰੇਲੂ ਦਾ ਅਸੀਂ ਕੀ ਲਵਾਂਗੇ, ਇੱਥੇ ਡੀ ਲਵਾਂਗੇ। ਘਰੇਲੂ ਨੂੰ ਡੋਮੈਸਟਿਕ ਆਖਦੇ ਹਾਂ, ਇਸ ਲਈ ਅਸੀਂ ਇਹਦੀ ਸ਼ਾਰਟ ਫਾਰਮ ਲਵਾਂਗੇ ਡੀ। ਉਤਪਾਦ ਅਸੀਂ ਇੱਥੇ ਪੀ ਲਿਖਾਂਗੇ ਉਤਪਾਦ ਦੀ ਜਗ੍ਹਾ। ਤੇ ਸਾਧਨ ਲਾਗਤ ਨੂੰ ਅਸੀਂ ਇੰਗਲਿਸ਼ ਦੇ ਵਿੱਚ ਕੀ ਆਖਦੇ ਹਾਂ, ਫੈਕਟਰ ਕਾਸਟ। ਫੈਕਟਰ ਕਾਸਟ ਦੀ ਅਸੀਂ ਸ਼ਾਰਟ ਫਾਰਮ ਲਵਾਂਗੇ FC। ਇਹ ਅਸੀਂ ਪਤਾ ਕਰਨਾ ਹੈ। ਜੋ ਵੀ ਪਤਾ ਕਰਨਾ ਹੁੰਦਾ ਹੈ ਉਸ ਨੂੰ ਅਸੀਂ ਬਰਾਬਰ ਤੋਂ ਪਹਿਲਾਂ ਰੱਖਾਂਗੇ। ਫਿਰ ਜਿਹੜੀ ਸਾਨੂੰ ਵੱਡਾ ਐਗਰੀਗੇਟ ਦਿੱਤਾ ਹੋਇਆ ਹੈ ਉਹ ਦੇਖਾਂਗੇ, ਉਸ ਨੂੰ ਅਸੀਂ ਸ਼ਾਰਟ ਫਾਰਮ 'ਚ ਲਿਖਾਂਗੇ। ਕੀ ਲਿਖਿਆ ਹੋਇਆ, ਬਾਜ਼ਾਰ ਕੀਮਤ ਤੇ ਸ਼ੁੱਧ ਰਾਸ਼ਟਰੀ ਉਤਪਾਦ। ਸ਼ੁੱਧ ਨੂੰ ਅਸੀਂ ਕੀ ਲਿਖਦੇ ਹਾਂ, ਨੈਟ। ਨੈਟ ਨੂੰ ਅਸੀਂ N ਲਿਖਾਂਗੇ। ਰਾਸ਼ਟਰੀ ਦਾ ਅਰਥ ਹੁੰਦਾ ਹੈ ਨੈਸ਼ਨਲ। ਨੈਸ਼ਨਲ ਦੀ ਵੀ ਅਸੀਂ N ਲਿਖਾਂਗੇ। P ਸਾਡਾ ਕੀ ਉਤਪਾਦ, ਜਿਸ ਨੂੰ ਅਸੀਂ ਪ੍ਰੋਡਕਟ ਲਿਖਾਂਗੇ। ਫਿਰ ਸਾਨੂੰ ਕੀ ਹੈ, ਬਾਜ਼ਾਰ ਕੀਮਤ ਦਿੱਤਾ ਹੋਇਆ। ਬਾਜ਼ਾਰ ਕੀਮਤ ਨੂੰ ਅਸੀਂ ਇੰਗਲਿਸ਼ ਆਖਦੇ ਹਾਂ ਮਾਰਕੀਟ ਪ੍ਰਾਈਸ। ਮਾਰਕੀਟ ਪ੍ਰਾਈਸ ਦੀ ਜਿਹੜੀ ਸ਼ਾਰਟ ਫਾਰਮ ਹੁੰਦੀ ਹੈ ਉਸ ਨੂੰ ਅਸੀਂ MP ਆਖਦੇ ਹਾਂ। ਸਾਡਾ ਜਿਹੜਾ ਪਹਿਲਾ ਸਟੈਪ ਕੀ ਆ, ਇਕੁਏਸ਼ਨ ਬਣਾਉਣੀ, ਐਗਰੀਗੇਟ ਨੂੰ ਸ਼ਾਰਟ ਫਾਰਮ 'ਚ ਲਿਖਣਾ। ਕਿਸ ਤਰੀਕੇ ਨਾਲ ਲਿਖਦੇ ਹਾਂ ਆਪਾਂ ਦੁਬਾਰਾ ਰਿਪੀਟ ਕਰਦੇ ਹਾਂ। ਜੀ ਅਸੀਂ ਕਿਉਂ ਲਿਆ ਹੈ, ਕਿਉਂਕਿ ਸਾਨੂੰ ਕੁੱਲ ਦਿੱਤਾ ਹੋਇਆ ਹੈ, ਕੁੱਲ ਪਤਾ ਕਰਨ ਨੂੰ ਕਿਹਾ ਹੋਇਆ। ਇਸੇ ਤਰੀਕੇ ਨਾਲ ਡੀ ਅਸੀਂ ਇੱਥੇ ਕਿਉਂ ਲਿਖਿਆ, ਕਿਉਂਕਿ ਇੱਥੇ ਘਰੇਲੂ ਲਿਖਿਆ ਹੋਇਆ। P ਜਿਹੜਾ ਸਾਡਾ ਉਤਪਾਦ ਦਾ ਸੇਮ ਰਹੇਗਾ। ਫਿਰ ਸਾਨੂੰ ਸਾਧਨ ਲਾਗਤ ਲਿਖਿਆ ਤਾਂ ਅਸੀਂ ਇੱਥੇ FC ਲਿਖਾਂਗੇ। ਜੇਕਰ ਇੱਥੇ ਮਾਰਕੀਟ ਪ੍ਰਾਈਸ ਲਿਖਿਆ ਹੁੰਦਾ ਤਾਂ ਅਸੀਂ ਇੱਥੇ MP ਲਿਖਣਾ ਸੀ। ਬਰਾਬਰ ਤੋਂ ਬਾਅਦ ਜਿਹੜੀ ਵੈਲਿਊ ਲੈਣੀ ਆ ਉਹ ਅਸੀਂ ਵੱਡਾ ਐਗਰੀਗੇਟ ਜੋ ਸਾਨੂੰ ਹੱਲ ਕਰਨ ਦੇ ਲਈ ਸਾਨੂੰ ਹੈਲਪ ਦੇ ਲਈ ਦਿੱਤਾ ਹੋਇਆ ਹੈ ਉਹ ਕੀ ਆ, ਬਾਜ਼ਾਰ ਕੀਮਤ ਤੇ ਸ਼ੁੱਧ ਰਾਸ਼ਟਰੀ ਉਤਪਾਦ। ਸ਼ੁੱਧ ਦਾ ਅਰਥ ਕੀ ਹੁੰਦਾ, ਨੈਟ। ਨੈਟ ਦਾ ਅਸੀਂ ਲਵਾਂਗੇ N। ਰਾਸ਼ਟਰੀ ਦਾ ਅਰਥ ਕੀ ਹੁੰਦਾ, ਨੈਸ਼ਨਲ। ਨੈਸ਼ਨਲ ਦੀ ਵੀ ਅਸੀਂ N ਲਵਾਂਗੇ। P ਦਾ ਸਾਨੂੰ ਪਤਾ ਉਤਪਾਦ, ਇਸ ਲਈ ਅਸੀਂ ਪ੍ਰੋਡਕਟ ਦਾ P ਲਵਾਂਗੇ। ਬਾਜ਼ਾਰ ਕੀਮਤ ਦੀ ਜਗ੍ਹਾ ਅਸੀਂ ਇੱਥੇ ਕੀ ਹੈ MP ਲਿਖ ਰਹੇ ਹਾਂ, ਜਿਸ ਦਾ ਅਰਥ ਹੈ ਮਾਰਕੀਟ ਪ੍ਰਾਈਸ। ਹੁਣ ਅਸੀਂ ਕੀ ਹੈ, ਇਸ ਇਕੁਏਸ਼ਨ ਨੂੰ ਬਰਾਬਰ ਕਰਨ ਦੀ ਕੋਸ਼ਿਸ਼ ਕਰਨੀ ਆ ਇਸ ਫਾਰਮੂਲੇ ਦੀ ਹੈਲਪ ਦੇ ਨਾਲ। ਪਹਿਲਾ ਫਾਰਮੂਲਾ ਜਿਹੜਾ ਆ ਸਾਡਾ ਅਸੀਂ ਉਹ ਵਰਤਣ ਜਾ ਰਹੇ ਹਾਂ। ਜਦੋਂ ਸਾਨੂੰ G ਪਤਾ ਕਰਨ ਨੂੰ ਦਿੱਤਾ ਹੋਵੇ, G ਇੱਧਰਲੀ ਸਾਈਡ ਆ ਤੇ N ਇੱਧਰਲੀ ਸਾਈਡ ਆ। ਹੁਣ ਇਸ ਦੋਨੋਂ ਫਾਰਮੂਲੇ ਦੇ ਵਿੱਚ ਅਸੀਂ ਚੈੱਕ ਕਰਨਾ ਕਿ G ਬਾਹਰਲੀ ਸਾਈਡ ਕਿੱਥੇ ਆ। ਬਰਾਬਰ ਤੋਂ ਪਹਿਲਾਂ G ਆਉਂਦਾ ਆ, ਉਹ ਇਹ ਵਾਲੀ ਇਕੁਏਸ਼ਨ ਬਣਦੀ ਹੈ ਤੇ ਬਾਅਦ ਵਿੱਚ ਕੀ ਆ, N ਆਉਂਦਾ ਹੈ। N ਤੋਂ ਇੱਧਰ ਵੀ N ਆਉਂਦਾ ਤੇ ਪਲੱਸ D। ਹੁਣ ਸਾਨੂੰ ਕਲੀਅਰ ਹੋ ਗਿਆ ਕਿ ਇਹ ਇਕੁਏਸ਼ਨ ਕਿਹੜੀ ਹੈ, G ਸਾਨੂੰ ਪਤਾ ਕਰਨ ਨੂੰ ਦਿੱਤਾ ਹੈ ਤੇ N ਅਸੀਂ ਸਾਨੂੰ ਰਕਮ ਦੇ ਵਿੱਚ ਦਿੱਤਾ ਹੋਇਆ ਹੈ ਤੇ ਅਸੀਂ ਪਲੱਸ ਕੀ ਕਰਾਂਗੇ, D ਦਾ ਅਰਥ ਕੀ ਹੁੰਦਾ ਹੈ, ਡੈਪਰੀਸੀਏਸ਼ਨ। ਡੈਪਰੀਸੀਏਸ਼ਨ ਨੂੰ ਅਸੀਂ ਕੀ ਆਖਦੇ ਹਾਂ, ਘਿਸਾਵਟ। ਘਿਸਾਵਟ ਸਾਨੂੰ ਕਿੰਨੀ ਦਿੱਤੀ ਹੋਈ ਹੈ, 200। ਸੋ ਅਸੀਂ ਇੱਥੇ ਪਲੱਸ ਕੀ ਕਰਾਂਗੇ, ਘਿਸਾਵਟ। ਇਸ ਤਰੀਕੇ ਨਾਲ ਅਸੀਂ ਪਛਾਣਦੇ ਜਾਣਾ ਹੈ ਕਿ ਜਿਹੜੀ ਚੀਜ਼ ਸਾਨੂੰ ਪਤਾ ਕਰਨ ਨੂੰ ਦਿੱਤੀ ਹੋਈ ਉਹ ਇੱਧਰ ਦੇਖਣੀ ਆ। ਉਸੇ ਤਰੀਕੇ ਨਾਲ ਸੈਕੰਡ ਸਾਡਾ ਜਿਹੜਾ ਸਟੈਪ ਹੈ ਉਹ D ਲਿਖਿਆ ਹੋਇਆ ਹੈ, ਉਹ ਫਾਰਮੂਲਾ ਇਹਦੇ ਵਿੱਚ ਅਸੀਂ ਲਵਾਂਗੇ। ਜਦੋਂ ਸਾਨੂੰ D ਪਤਾ ਕਰਨ ਨੂੰ ਦਿੱਤਾ ਹੋਵੇ ਤੇ ਨੈਸ਼ਨਲ ਸਮ ਦੇ ਵਿੱਚ N ਜਿਹੜਾ ਉਹ ਦਿੱਤਾ ਹੋਵੇ, ਉਹ ਕਿਹੜੀ ਕੰਡੀਸ਼ਨ ਹੈ, ਇੱਥੇ ਵਾਲੀ D ਇੱਧਰ ਆ, N ਇੱਥੇ ਆ। ਮਾਈਨਸ ਕਰਨਾ ਪਊਗਾ ਸਾਨੂੰ ਨੈਟ ਫੈਕਟਰ ਇਨਕਮ ਫਰੋਮ ਅਬਰੋਡ, ਜਿਸ ਨੂੰ ਅਸੀਂ ਵਿਦੇਸ਼ਾਂ ਤੋਂ ਸ਼ੁੱਧ ਸਾਧਨ ਵੀ ਆਖਦੇ ਹਾਂ, ਆਮਦਨ ਵੀ ਆਖਦੇ ਹਾਂ। ਇੱਥੇ ਕੀ ਅਸੀਂ ਮਾਈਨਸ ਕਰਾਂਗੇ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ। ਇਸ ਤਰੀਕੇ ਨਾਲ ਅਸੀਂ ਪਹਿਲਾਂ ਇਕੁਏਸ਼ਨ ਬਣਾਵਾਂਗੇ। ਉਸ ਤੋਂ ਬਾਅਦ P ਸਾਡਾ ਜਿਹੜਾ ਪ੍ਰੋਡਕਟ ਹੈ, ਉਤਪਾਦ ਹੈ, ਉਹਨੂੰ ਫਾਰਮੂਲੇ ਦੇ ਵਿੱਚ ਅਸੀਂ ਇਗਨੋਰ ਕਰਦੇ ਹਾਂ। ਫਿਰ ਦੁਬਾਰਾ ਕੀ ਅਸੀਂ ਦੇਖਦੇ ਹਾਂ FC। ਜਦੋਂ ਅਸੀਂ FC ਪਤਾ ਕਰਨਾ ਹੈ ਤੇ MP ਸਾਨੂੰ ਦਿੱਤਾ ਹੈ, ਉਹ ਅਸੀਂ ਇਸ ਫਾਰਮੂਲੇ 'ਚ ਦੇਖਾਂਗੇ। ਇੱਥੇ FC ਅਸੀਂ ਪਤਾ ਕਰਨਾ ਹੈ, MP ਦਿੱਤਾ। ਮਾਈਨਸ ਕੀ ਕਰਨਾ ਅਸੀਂ, ਨੈਟ ਇਨਡਾਇਰੈਕਟ ਟੈਕਸ, ਜਿਸ ਨੂੰ ਅਸੀਂ ਕੀ ਆਖਦੇ ਹਾਂ, ਸ਼ੁੱਧ ਅਪ੍ਰਤੱਖ ਕਰ। ਹੁਣ ਅਸੀਂ ਇੱਥੇ ਮਾਈਨਸ ਕੀ ਕਰਾਂਗੇ, ਸ਼ੁੱਧ ਅਪ੍ਰਤੱਖ ਕਰ। ਇਸ ਤਰੀਕੇ ਨਾਲ ਅਸੀਂ ਫਾਰਮੂਲੇ ਦੇ ਵਿੱਚ ਇਕੁਏਸ਼ਨ ਬਣਾ ਕੇ ਬਾਅਦ ਵਿੱਚ ਵੈਲਿਊ ਪੁੱਟ ਕਰਨੀਆਂ ਹਨ। ਇਹ ਇਕੁਏਸ਼ਨ ਕਿਸ ਤਰੀਕੇ ਨਾਲ ਬਣਾਈ ਹੈ ਮੈਂ ਦੁਬਾਰਾ ਰਿਪੀਟ ਕਰ ਰਿਹਾ। ਜਦੋਂ ਵੀ ਅਸੀਂ G ਭਾਵ ਕੁੱਲ ਪਤਾ ਕਰਨਾ ਹੋਵੇ, N ਨੈਟ ਦਿੱਤਾ ਹੋਵੇ, ਅਸੀਂ ਕੀ ਆ, ਇਹ ਕੰਡੀਸ਼ਨ ਵਰਤਾਂਗੇ, ਪਲੱਸ ਡੈਪਰੀਸੀਏਸ਼ਨ ਕਰਾਂਗੇ।
ਡੋਮੈਸਟਿਕ ਸਾਨੂੰ ਪਤਾ ਕਰਨ ਨੂੰ ਦਿੱਤਾ ਹੋਇਆ ਹੈ ਤੇ ਨੈਟ ਸਾਨੂੰ ਜਿਹੜਾ ਸਮ ਦੇ ਵਿੱਚ ਦਿੱਤਾ ਹੋਇਆ, ਅਸੀਂ ਕਰਾਂਗੇ ਮਾਈਨਸ ਕਰਾਂਗੇ ਨੈਟ ਫੈਕਟਰ ਇਨਕਮ ਫਰੋਮ ਅਬਰੋਡ। फिर दोबारा FC पता करना है, MP दिता है, FC पता करना है, MP दिता है, माइनस करांगे शुद्ध आपतक कर। हुण असीं की है वैल्यू पुट करांगे NNP MP की वैल्यू कितनी है 1500 प्लस घिसावट 200, असीं की माइनस करांगे 300 शुद्ध विदेशों तो प्राप्त शुद्ध साधन आमदन, माइनस करांगे शुद्ध आपतक कर। ਅਸੀਂ ਕੀ ਕਰਨ ਜਾ ਰਹੇ ਹਾਂ, ਪਹਿਲਾਂ 1500 ਤੇ 200 ਨੂੰ ਇਕੱਠਾ ਕਰ ਲਿਆ, 1700 ਹੋ ਗਏ ਸਾਡੇ ਕੋਲ। ਫਿਰ ਦੁਬਾਰਾ -300 ਤੇ -150 ਮਾਈਨਸ ਵਾਲੀਆਂ ਵੈਲਿਊ ਇਕੱਠੀਆਂ ਕਰਨੀਆਂ, ਇਹ ਹੋ ਗਈਆਂ ਮਾਈਨਸ ਦੇ 450 ਤੇ ਸਾਡੇ ਕੋਲ ਜਿਹੜੀ ਵੈਲਿਊ ਆਏਗੀ 1250 ਆਵੇਗੀ। ਜਦੋਂ ਅਸੀਂ 1700 ਦੇ ਵਿੱਚੋਂ 450 ਮਾਈਨਸ ਕਰਦੇ ਹਾਂ ਤਾਂ ਸਾਡਾ ਜਿਹੜਾ ਆਨਸਰ ਆਉਂਦਾ ਹੈ ਉਹ ਆਵੇਗਾ 1250। ਸੋ ਸਾਡਾ ਜਿਹੜਾ ਆਨਸਰ ਆਏਗਾ GDP FC, ਜਿਸ ਨੂੰ ਅਸੀਂ ਸਾਧਨ ਲਾਗਤ ਤੇ ਕੁੱਲ ਘਰੇਲੂ ਉਤਪਾਦ ਆਖਦੇ ਹਾਂ, ਉਹ ਕਿੰਨਾ ਹੋਵੇਗਾ 1250। ਅਸੀਂ ਆਪਣੇ ਫਾਰਮੂਲੇ ਨੂੰ ਹੋਰ ਜ਼ਿਆਦਾ ਚੰਗੇ ਤਰੀਕੇ ਨਾਲ ਸਮਝਣ ਲਈ ਸਵਾਲ ਦੀ ਇੱਕ ਹੋਰ ਐਗਜ਼ਾਮਪਲ ਲਵਾਂਗੇ, ਜਿਹਦੇ ਵਿੱਚ ਕੀ ਅਸੀਂ ਨੂਮੈਰੀਕਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਸਟੇਟਮੈਂਟ ਨੂੰ ਪੜ੍ਹਦੇ ਹਾਂ, ਬਾਜ਼ਾਰ ਕੀਮਤ ਤੇ ਕੁੱਲ ਰਾਸ਼ਟਰੀ ਆਮਦਨ ਪਤਾ ਕਰੋ। ਅਸੀਂ ਪਤਾ ਕੀ ਕਰਨਾ, ਬਾਜ਼ਾਰ ਕੀਮਤ ਤੇ ਕੁੱਲ ਰਾਸ਼ਟਰੀ ਆਮਦਨ, ਇਹਨੂੰ ਅਸੀਂ ਸ਼ਾਰਟ ਫਾਰਮ 'ਚ ਲਿਖਣ ਜਾ ਰਹੇ ਹਾਂ। ਪਹਿਲਾਂ ਕੁੱਲ ਦਾ ਅਸੀਂ ਕੀ ਲਵਾਂਗੇ G, ਕਿਉਂਕਿ G ਦਾ ਅਰਥ ਕੀ ਹੁੰਦਾ ਗ੍ਰੋਸ। ਰਾਸ਼ਟਰੀ ਦਾ ਕੀ ਲਿਖਾਂਗੇ N ਦਾ ਮਤਲਬ ਹੁੰਦਾ ਨੈਸ਼ਨਲ। ਆਮਦਨ ਜਾਂ ਉਤਪਾਦ ਨੂੰ ਅਸੀਂ P ਮੰਨਦੇ ਹਾਂ, ਉਹ ਹਮੇਸ਼ਾ ਸੇਮ ਰਹੇਗਾ। ਬਾਜ਼ਾਰ ਕੀਮਤ, ਜਿਸ ਨੂੰ ਅਸੀਂ ਮਾਰਕੀਟ ਪ੍ਰਾਈਸ ਆਖਦੇ ਹਾਂ, ਇਸ ਦੀ ਸ਼ਾਰਟ ਫਾਰਮ ਕੀ ਹੁੰਦੀ ਹੈ MP। ਇਹ ਅਸੀਂ ਪਤਾ ਕਰਨਾ ਹੈ, ਜਿਹੜੀ ਵੀ ਵੈਲਿਊ ਪਤਾ ਕਰਨੀ ਹੈ ਉਹਨੂੰ ਅਸੀਂ ਇਸ ਤਰੀਕੇ ਨਾਲ ਸ਼ਾਰਟ ਫਾਰਮ 'ਚ ਲਿਖ ਲੈਣਾ ਹੈ। ਤੇ ਵੱਡਾ ਐਗਰੀਗੇਟ ਜਿਹੜਾ ਸਾਨੂੰ ਦਿੱਤਾ ਹੋਇਆ ਹੈ ਸਾਧਨ ਲਾਗਤ ਤੇ ਕੁੱਲ ਘਰੇਲੂ ਉਤਪਾਦ, ਕੁੱਲ ਦਾ ਕੀ ਬਣੇਗਾ ਗ੍ਰੋਸ ਨੂੰ ਕੀ ਲਿਖਾਂਗੇ G। ਘਰੇਲੂ ਦਾ ਕੀ ਹੁੰਦਾ ਡੋਮੈਸਟਿਕ ਦਾ ਅਸੀਂ ਲਿਖਾਂਗੇ D। ਉਤਪਾਦ ਦਾ ਅਸੀਂ ਲਿਖਾਂਗੇ P। ਸਾਧਨ ਲਾਗਤ ਫੈਕਟਰ ਕਾਸਟ, ਜਿਸ ਦਾ ਅਸੀਂ ਲਿਖਾਂਗੇ ਸ਼ਾਰਟ ਫਾਰਮ FC। ਸੋ ਸਾਡਾ ਜਿਹੜਾ ਸਭ ਤੋਂ ਪਹਿਲਾ ਸਟੈਪ ਕੀ ਹੁੰਦਾ ਹੈ, ਅਸੀਂ ਸ਼ਾਰਟ ਫਾਰਮ ਦੇ ਵਿੱਚ ਐਗਰੀਗੇਟ ਨੂੰ ਲਿਖਣਾ। ਸੋ ਇਸ ਤਰੀਕੇ ਨਾਲ ਅਸੀਂ ਇਕੁਏਸ਼ਨਸ ਨੂੰ ਸਭ ਤੋਂ ਪਹਿਲਾਂ ਬਣਾਵਾਂਗੇ। ਬਣਾਉਣ ਦੇ ਲਈ ਸਾਨੂੰ ਕੀ ਪਤਾ ਹੋਣਾ ਚਾਹੀਦਾ ਕਿ ਕੁੱਲ ਨੂੰ ਅਸੀਂ ਗ੍ਰੋਸ ਆਖਦੇ ਹਾਂ, ਉਸ ਦਾ ਕੀ ਲਿਖਦੇ ਹਾਂ G ਲਿਖਦੇ ਹਾਂ। ਰਾਸ਼ਟਰੀ ਨੂੰ ਅਸੀਂ ਨੈਸ਼ਨਲ ਆਖਦੇ ਹਾਂ, ਉਸ ਦਾ ਅਸੀਂ N ਲਿਖਦੇ ਹਾਂ। P ਨੂੰ ਅਸੀਂ ਉਤਪਾਦ ਆਖਦੇ ਹਾਂ ਤਾਂ ਉਸ ਦਾ ਅਸੀਂ P ਲਿਖਾਂਗੇ। ਮਾਰਕੀਟ ਪ੍ਰਾਈਸ ਦਾ ਅਸੀਂ ਕੀ MP ਲਿਖਾਂਗੇ। ਇਸ ਤਰੀਕੇ ਨਾਲ ਡੋਮੈਸਟਿਕ ਜੇ ਘਰੇਲੂ ਆ ਤਾਂ ਦੈਨ ਉਹਦਾ ਕੀ ਆ D ਲਿਖਾਂਗੇ। ਹੁਣ ਅਸੀਂ ਕੀ ਆ ਇਸ ਇਕੁਏਸ਼ਨ ਨੂੰ ਇਸ ਫਾਰਮੂਲੇ ਦੇ ਵਿੱਚ ਚੈੱਕ ਕਰਾਂਗੇ ਕਿ ਕਿਹੜੀ ਵੈਲਿਊ ਪਲੱਸ ਹੋਣੀ ਹੈ, ਕਿਹੜੀ ਨਹੀਂ ਵਰਤਣੀ, ਕਿਹੜੀ ਮਾਈਨਸ ਕਰਨਾ। ਸਭ ਤੋਂ ਪਹਿਲਾਂ ਦੇਖਦੇ ਹਾਂ, ਕੁੱਲ ਦਿੱਤਾ ਹੋਇਆ ਹੈ, ਕੁੱਲ ਹੀ ਪਤਾ ਕਰਨਾ, ਭਾਵ G ਦਿੱਤਾ ਹੋਇਆ G ਹੀ ਪਤਾ ਕਰਨਾ ਹੈ। ਇਹਦੇ ਵਿੱਚ ਕੀ ਆ ਦੋਨੋਂ ਫਾਰਮੂਲੇ ਨਹੀਂ ਲੱਗਣਗੇ, ਕਿਉਂਕਿ ਪਹਿਲੇ ਹੀ ਸਾਡੀ ਜਿਹੜੀ ਆ ਕੁੱਲ ਹੀ ਦਿੱਤਾ ਹੈ ਤੇ ਕੁੱਲ ਹੀ ਪਤਾ ਕਰਨਾ ਹੈ, ਭਾਵ ਸਾਨੂੰ ਕੋਈ ਚੇਂਜ ਕਰਨ ਦੀ, ਕੋਈ ਵੀ ਵੈਲਿਊ ਪਲੱਸ ਮਾਈਨਸ ਕਰਨ ਦੀ ਲੋੜ ਨਹੀਂ। ਸੋ ਇੱਥੇ ਅਸੀਂ ਇਹ ਦੋਨੋਂ ਹੀ ਫਾਰਮੂਲੇਸ ਨੂੰ ਇਗਨੋਰ ਕਰ ਦੇਵਾਂਗੇ, ਕੱਟ ਕਰ ਦੇਵਾਂਗੇ। ਇਸ ਤੋਂ ਭਾਵ ਕੀ ਹੈ ਸਥਾਈ ਪੂੰਜੀ ਦਾ ਭੋਗ ਅਸੀਂ ਨਹੀਂ ਵਰਤਾਂਗੇ। ਕਿਉਂ ਨਹੀਂ ਵਰਤਾਂਗੇ? ਕਿਉਂਕਿ ਕੁੱਲ ਹੀ ਕੱਢਣਾ ਸੀ ਤੇ ਕੁੱਲ ਹੀ ਦਿੱਤਾ, ਇਸ ਲਈ ਕਿ ਇਸ ਹਾਲ ਦੇ ਵਿੱਚ ਅਸੀਂ ਗ੍ਰੋਸ ਸਾਨੂੰ ਪਹਿਲਾਂ ਹੀ ਦਿੱਤਾ ਹੈ, ਗ੍ਰੋਸ ਹੀ ਪਤਾ ਕਰਨਾ ਹੈ। ਦੈਨ ਸਥਾਈ ਪੂੰਜੀ ਦਾ ਭੋਗ, ਜਿਸ ਨੂੰ ਅਸੀਂ ਡੈਪਰੀਸੀਏਸ਼ਨ ਆਖਦੇ ਹਾਂ, ਉਸ ਨੂੰ ਨਹੀਂ ਵਰਤਾਂਗੇ। ਸੈਕੰਡ ਕੰਡੀਸ਼ਨ ਕੀ ਹੈ, ਨੈਸ਼ਨਲ ਪਤਾ ਕਰਨਾ ਹੈ ਤੇ ਡੋਮੈਸਟਿਕ ਦਿੱਤਾ ਹੋਇਆ ਹੈ, ਭਾਵ ਨੈਸ਼ਨਲ ਪਤਾ ਕਰਨਾ ਹੈ, ਡੋਮੈਸਟਿਕ ਦਿੱਤਾ ਹੈ। ਕੀ ਕਰ ਰਹੇ ਹਾਂ ਅਸੀਂ ਪਲੱਸ ਕਰ ਰਹੇ ਹਾਂ NFYA, ਜਿਸ ਨੂੰ ਅਸੀਂ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ ਆਖਦੇ ਹਾਂ। ਨੈਸ਼ਨਲ ਪਤਾ ਕਰਨਾ ਤੇ ਡੋਮੈਸਟਿਕ ਦਿੱਤਾ ਹੈ, ਭਾਵ ਨੈਸ਼ਨਲ ਪਤਾ ਕਰਨਾ ਹੈ, ਡੋਮੈਸਟਿਕ ਦਿੱਤਾ ਹੈ, ਪਲੱਸ ਕਰਾਂਗੇ NFYA ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ ਨੂੰ, ਇਸ ਨੂੰ ਅਸੀਂ ਪਲੱਸ ਕਰਨ ਜਾ ਰਹੇ ਹਾਂ, ਪਲੱਸ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ। ਉਸ ਤੋਂ ਬਾਅਦ ਦੇਖਾਂਗੇ ਕਿ MP ਪਤਾ ਕਰਨਾ, ਮਾਰਕੀਟ ਪ੍ਰਾਈਸ ਪਤਾ ਕਰਨਾ, ਦਿੱਤਾ ਕਿ ਸਾਨੂੰ FC ਫੈਕਟਰ ਕਾਸਟ। ਇਸ ਫਾਰਮੂਲੇ ਜਾਵਾਂਗੇ, MP ਪਤਾ ਕਰਨਾ, FC ਦਿੱਤਾ ਹੈ, ਪਲੱਸ ਕੀ ਕਰਨਾ ਅਸੀਂ ਨੈਟ ਇਨਡਾਇਰੈਕਟ ਟੈਕਸ, ਪਲੱਸ ਲਿਖਾਂਗੇ ਇੱਥੇ ਸ਼ੁੱਧ ਆਪਰਤਕ ਕਰ। ਸ਼ੁੱਧ ਆਪਰਤਕ ਕਰ ਸਾਨੂੰ ਸੰਬ ਦੇ ਵਿੱਚ ਨਹੀਂ ਦਿੱਤਾ ਹੋਇਆ। ਕੀ ਦਿੱਤਾ ਹੋਇਆ ਆਪਰਤਕ ਕਰ ਤੇ ਆਰਥਿਕ ਸਹਾਇਤਾ। ਅਸੀਂ ਫਾਰਮੂਲੇ 'ਚ ਦੇਖਿਆ ਸੀ, ਦੋਨਾਂ ਨੂੰ ਮਾਈਨਸ ਕਰ ਲਵਾਂਗੇ ਤਾਂ ਸਾਡੇ ਕੋਲ ਸ਼ੁੱਧ ਆਪਰਤਕ ਕਰ ਆ ਜਾਏਗਾ। ਅਸੀਂ ਕੀ ਆ ਇਸ ਨੂੰ ਰਫ ਦੇ ਵਿੱਚ ਵੀ ਅਲੱਗ ਤੌਰ ਤੇ ਮਾਈਨਸ ਕਰ ਸਕਦੇ ਹਾਂ, ਅਸੀਂ ਇਸ ਨੂੰ ਜਵਾਨੀ ਵੀ ਮਾਈਨਸ ਕਰਕੇ ਇੱਥੇ ਵੈਲਿਊ ਪੁੱਟ ਕਰ ਸਕਦੇ ਹਾਂ। ਜਿੱਦਾਂ ਵੀ ਸਾਨੂੰ ਸੌਖਾ ਲੱਗਦਾ ਅਸੀਂ ਉਸ ਤਰੀਕੇ ਨਾਲ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਅਸੀਂ ਵੈਲਿਊ ਪੁੱਟ ਕਰਦੇ ਹਾਂ, GDP FC ਦੀ ਵੈਲਿਊ ਸੀ ਸਾਡੀ 1000, ਪਲੱਸ ਕੀ ਕਰਨਾ ਸੀ ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ,
ਹੁਣ ਦੇਖੋ ਸਾਨੂੰ ਸ਼ੁੱਧ ਆਪਰਤਾਕਾਰ ਨਹੀਂ ਦਿੱਤਾ, ਸਾਨੂੰ ਉਹਦੀ ਜਗ੍ਹਾ ਕੀ ਦਿੱਤਾ ਹੈ, ਆਪਰਤਾਕਾਰ ਤੇ ਆਰਥਿਕ ਸਹਾਇਤਾ। ਅਸੀਂ ਦੋਨਾਂ ਨੂੰ ਜਦੋਂ ਮਾਈਨਸ ਕਰ ਲੈਂਦੇ ਹਾਂ ਤਾਂ ਸਾਡਾ ਜਿਹੜਾ ਸ਼ੁੱਧ ਆਪਰਤਾਕਾਰ ਹੀ ਆ ਜਾਂਦਾ ਹੈ। ਮੈਂ ਇਸ ਨੂੰ ਜਵਾਨੀ ਹੀ ਮਾਈਨਸ ਕਰ ਰਿਹਾ। ਆਪਰਤਾਕਾਰ ਦੇ ਵਿੱਚੋਂ 150 ਦੇ ਵਿੱਚੋਂ 50 ਮਾਈਨਸ ਕੀਤੇ, ਸਾਡੇ ਕੋਲ ਵੈਲਿਊ ਕਿੰਨੀ ਬਚੇਗੀ, 100 ਬਚੇਗੀ, ਤੇ ਅਸੀਂ 100 ਪਲੱਸ ਕਰ ਰਹੇ ਹਾਂ। ਇੱਥੇ ਅਸੀਂ ਸਥਾਈ ਪੂੰਜੀ ਦਾ ਉਪਭੋਗ ਕਿਉਂ ਨਹੀਂ ਵਰਤ ਰਹੇ, ਕਿਉਂਕਿ ਗਰੋਸ ਹੀ ਸਾਨੂੰ ਦਿੱਤਾ ਹੋਇਆ ਹੈ, ਗਰੋਸ ਹੀ ਅਸੀਂ ਪਤਾ ਕਰਨਾ ਹੈ। ਇਸ ਹਾਲਤ ਵਿੱਚ ਕਿ ਅਸੀਂ ਸਥਾਈ ਪੂੰਜੀ ਦਾ ਉਪਭੋਗ, ਜਿਸ ਨੂੰ ਅਸੀਂ ਡੈਪਰੀਸੀਏਸ਼ਨ ਘਿਸਾਵਟ ਵੀ ਆਖਦੇ ਹਾਂ, ਉਹ ਨਹੀਂ ਵਰਤ ਰਹੇ। ਜੇਕਰ ਇੱਧਰ n ਹੁੰਦਾ ਜਾਂ ਇੱਧਰ n ਹੁੰਦਾ ਦੈਨ ਉਸ ਹਾਲਤ ਵਿੱਚ ਹੀ ਅਸੀਂ ਘਿਸਾਵਟ ਨੂੰ ਵਰਤਣਾ ਸੀ। ਸੋ ਸਾਡਾ ਜਿਹੜਾ ਜੋੜ ਹੋਵੇਗਾ 1000 ਦੇ ਵਿੱਚ 2 ਵਾਰੀ 100 ਜੋੜਾਂਗੇ ਤਾਂ ਸਾਡਾ ਵੈਲਿਊ ਹੋ ਜਾਏਗੀ 1200। ਇਸ ਤਰੀਕੇ ਨਾਲ ਅਸੀਂ ਸਿੰਪਲ ਵੇ ਦੇ ਨਾਲ ਸਮ ਨੂੰ ਹੱਲ ਕਰ ਸਕਦੇ ਹਾਂ। ਇਸ ਸਮ ਦੇ ਵਿੱਚ ਅਲੱਗ ਚੀਜ਼ ਕੀ ਸੀ ਕਿ ਸ਼ੁੱਧ ਆਪਰਤਾਕਾਰ ਸਾਨੂੰ ਨਹੀਂ ਦਿੱਤਾ ਹੋਇਆ ਸੀ, ਅਸੀਂ ਕੀ ਆ ਜਵਾਨੀ ਆਪਰਤਾਕਾਰ ਤੇ ਆਰਥਿਕ ਸਹਾਇਤਾ ਨੂੰ ਮਾਈਨਸ ਕਰ ਲਿਆ। ਜੇਕਰ ਤੁਹਾਨੂੰ ਫਿਰ ਵੀ ਪ੍ਰੋਬਲਮ ਆਉਂਦੀ ਹੈ ਦੈਨ ਕਿ ਅਸੀਂ ਰਫ ਦੇ ਵਿੱਚ ਸ਼ੁੱਧ ਆਪਰਤਾਕਾਰ ਨੂੰ ਕਰ ਸਕਦੇ ਹਾਂ, ਆਪਰਤਾਕਾਰ ਦੇ ਵਿੱਚੋਂ ਆਰਥਿਕ ਸਹਾਇਤਾ ਮਾਈਨਸ ਕਰ ਲਵਾਂਗੇ ਰਫ ਦੇ ਵਿੱਚ। ਆਪਰਤਾਕਾਰ ਸਾਡਾ ਕਿੰਨਾ ਹੈ, 150 ਆ, ਤੇ ਆਰਥਿਕ ਸਹਾਇਤਾ 50 ਹੈ। ਤਾਂ ਸਾਡਾ ਇੱਥੇ ਸ਼ੁੱਧ ਆਪਰਤਾਕਾਰ ਕਿੰਨਾ ਆ ਜਾਏਗਾ, 100। ਉਸ ਨੂੰ ਅਸੀਂ ਇੱਥੇ ਫਾਰਮੂਲੇ ਪੁੱਟ ਵੀ ਕਰ ਸਕਦੇ, ਅਸੀਂ ਜਵਾਨੀ ਵੀ ਸ਼ੁੱਧ ਆਪਰਤਾਕਾਰ ਮਾਈਨਸ ਕਰਕੇ ਕੱਢ ਸਕਦੇ ਹਾਂ, ਤੇ ਆਨਸਰ ਸਾਡੇ ਦੇ ਉੱਪਰ ਕੋਈ ਇਫੈਕਟ ਨਹੀਂ ਪਵੇਗਾ ਜੇਕਰ ਅਸੀਂ ਸਹੀ ਤਰੀਕੇ ਨਾਲ ਮਾਈਨਸ ਪਲੱਸ ਕਰ ਸਕਦੇ ਹਾਂ। ਸੋ ਇਸ ਤਰੀਕੇ ਨਾਲ ਅਸੀਂ ਇਹਨਾਂ ਫਾਰਮੂਲੇ ਨੂੰ ਵਰਤ ਕੇ ਅਸੀਂ 4 ਨੰਬਰ ਦੇ ਸਵਾਲ ਦੀ ਪ੍ਰੋਪਰ ਤਰੀਕੇ ਨਾਲ ਦੁਹਰਾਈ ਕਰ ਸਕਦੇ, ਉਸ ਨੂੰ ਸਮਝ ਸਕਦੇ, ਉਸ ਨੂੰ ਹੱਲ ਕਰ ਸਕਦੇ ਹਾਂ। ਸਾਨੂੰ ਲੋੜ ਹੈ ਇਸ ਫਾਰਮੂਲੇ ਨੂੰ ਯਾਦ ਕਰਨ ਦੀ। ਇਸ ਫਾਰਮੂਲਾ ਬਣਿਆ ਕਿਸ ਤਰੀਕੇ ਨਾਲ ਉਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ G ਦਾ ਅਰਥ ਕੀ ਹੁੰਦਾ ਹੈ, ਕੁੱਲ ਹੁੰਦਾ ਹੈ, N ਦਾ ਅਰਥ ਕੀ ਹੁੰਦਾ ਹੈ, ਨੈਟ ਹੁੰਦਾ ਹੈ, ਪਲੱਸ D ਦਾ ਅਰਥ ਕੀ ਹੁੰਦਾ ਹੈ, ਡੈਪਰੀਸੀਏਸ਼ਨ ਹੁੰਦਾ ਹੈ, N ਨੈਟ ਹੁੰਦਾ ਹੈ, G ਦਾ ਅਰਥ ਕੀ ਹੁੰਦਾ ਹੈ, ਕੁੱਲ ਹੁੰਦਾ ਹੈ, ਮਾਈਨਸ D ਦਾ ਅਰਥ ਕੀ ਹੁੰਦਾ ਹੈ, ਡੈਪਰੀਸੀਏਸ਼ਨ। ਡੈਪਰੀਸੀਏਸ਼ਨ ਦਾ ਦੂਸਰਾ ਨਾਮ ਕੀ ਹੁੰਦਾ ਹੈ, ਘਿਸਾਵਟ ਜਾਂ ਸਥਾਈ ਪੂੰਜੀ ਦਾ ਉਪਭੋਗ। ਦੂਸਰਾ ਸਾਡਾ ਫਾਰਮੂਲਾ ਕੀ ਹੁੰਦਾ, N ਦਾ ਅਰਥ ਨੈਸ਼ਨਲ, D ਦਾ ਅਰਥ ਸਾਡਾ ਹੁੰਦਾ ਡੋਮੈਸਟਿਕ, ਪਲੱਸ ਅਸੀਂ ਕੀ ਕਰਦੇ ਹਾਂ NFYA, ਜਿਸ ਨੂੰ ਅਸੀਂ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ ਵੀ ਆਖਦੇ ਹਾਂ। ਜੇਕਰ ਸਾਨੂੰ ਡੋਮੈਸਟਿਕ ਪਤਾ ਕਰਨ ਦਿੱਤਾ ਹੋਵੇ ਤੇ ਨੈਸ਼ਨਲ ਸਾਨੂੰ ਸਮ ਦੇ ਵਿੱਚ ਵੈਲਿਊ ਦਿੱਤੀ ਹੋਵੇ ਤਾਂ ਅਸੀਂ ਮਾਈਨਸ ਕੀ ਕਰਾਂਗੇ, ਨੈਟ ਫੈਕਟਰ ਇਨਕਮ ਫਰੋਮ ਅਬਰੋਡ, ਜਿਸ ਨੂੰ ਅਸੀਂ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ ਆਖਦੇ ਹਾਂ, ਤੇ NFYA ਇਸ ਨੂੰ ਸ਼ਾਰਟ ਫਾਰਮ 'ਚ ਰੱਖਦੇ ਹਾਂ। ਤੇ ਜੇਕਰ ਸਾਨੂੰ MP ਪਤਾ ਕਰਨ ਨੂੰ ਦਿੱਤਾ ਹੋਵੇ ਤੇ FC ਸਾਨੂੰ ਵੈਲਿਊ ਸਮ ਦੇ ਵਿੱਚ ਦਿੱਤੀ ਹੋਵੇ ਤਾਂ ਪਲੱਸ ਕੀ ਕਰਾਂਗੇ, NIT ਦਾ ਮਤਲਬ ਕੀ ਹੁੰਦਾ, ਨੈਟ ਇੰਡਾਇਰੈਕਟ ਟੈਕਸ ਸ਼ੁੱਧ ਆਪਰਤਾਕਾਰ। ਜੇਕਰ ਸਾਨੂੰ FC ਪਤਾ ਕਰਨ ਨੂੰ ਕਿਹਾ ਹੋਵੇ ਤੇ ਸਮ ਦੇ ਵਿੱਚ ਵੈਲਿਊ ਜਿਹੜੀ ਦਿੱਤੀ ਹੋਵੇ ਉਹਦੇ ਨਾਲ MP ਲੱਗਾ ਹੋਵੇ ਤਾਂ ਅਸੀਂ ਕਰਾਂਗੇ ਮਾਈਨਸ ਕਰਾਂਗੇ ਨੈਟ ਇੰਡਾਇਰੈਕਟ ਟੈਕਸ, ਜਿਸ ਨੂੰ ਅਸੀਂ ਸ਼ੁੱਧ ਆਪਰਤਾਕਾਰ ਵੀ ਆਖਦੇ ਹਾਂ। ਜੇਕਰ ਸਾਨੂੰ ਸਮ ਦੇ ਵਿੱਚ ਸ਼ੁੱਧ ਆਪਰਤਾਕਾਰ ਨਹੀਂ ਦਿੱਤਾ ਹੋਵੇ ਦੈਨ ਅਸੀਂ ਕੀ ਇਸ ਤਰੀਕੇ ਨਾਲ ਮਾਈਨਸ ਕਰਕੇ ਸ਼ੁੱਧ ਆਪਰਤਾਕਾਰ ਕੱਢ ਕੇ ਵੈਲਿਊ ਦੇ ਵਿੱਚ ਪੁੱਟ ਕਰ ਸਕਦੇ ਹਾਂ। ਸੋ ਇਹਨਾਂ ਫਾਰਮੂਲੇਜ਼ ਨੂੰ ਤੁਸੀਂ ਸਭ ਤੋਂ ਪਹਿਲਾਂ ਯਾਦ ਕਰਨਾ ਹੈ। ਯਾਦ ਕਰਨ ਤੋਂ ਬਾਅਦ ਫਿਰ ਸਮ ਦੇ ਉੱਪਰ ਅਪਲਾਈ ਕਰਨਾ ਹੈ, ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਐਗਰੀਗੇਟ ਨੂੰ ਸ਼ਾਰਟ ਫਾਰਮ ਵਿੱਚ ਕਿਸ ਤਰੀਕੇ ਨਾਲ ਲਿਖਣਾ ਹੈ। ਕੁੱਲ ਨੂੰ ਕੀ ਆਖਦੇ ਆ ਸ਼ਾਰਟ ਫਾਰਮ ਦੇ ਵਿੱਚ, ਡੋਮੈਸਟਿਕ ਨੂੰ ਕੀ ਆਖਦੇ ਆ, ਘਰੇਲੂ ਨੂੰ ਕੀ ਆਖਦੇ ਆ, ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ ਨੂੰ ਕੀ ਆਖਦੇ ਆ। ਸੋ ਇਸ ਤਰੀਕੇ ਨਾਲ ਤੁਸੀਂ ਅਲੱਗ-ਅਲੱਗ ਤਰੀਕੇ ਦੇ ਅਲੱਗ-ਅਲੱਗ ਵਿਧੀਆਂ ਦੇ ਨਾਲ ਇਸ ਸਮ ਨੂੰ ਹੱਲ ਕਰ ਸਕਦੇ ਆ। ਸੋ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਦੇ ਨਾਲ ਇਹ ਜਿਹੜਾ ਸਮ ਆ ਹੱਲ ਕਰਨ ਦੀ ਵਿਧੀ ਸਮਝ ਆ ਗਈ ਹੋਵੇਗੀ। ਸੋ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕਸ।